ठीक 8:30 बजे बुलाया उस वकील ने। कहा सी उन्हां कोल सिर्फ 15 मिनट ने, लेट ना हो जावा मैं। सवरीन पुत्र जी, तुसी कित्थे चले हो? ये भाटिया साहब ने चंडीगढ़ तो जोरे दा केस ही लड़ रहे ने। बैठो पुत्र जी। बाजवा साहब, ਉਹ ਅਸੀਂ ਦੋਵੇਂ ਇੱਕ ਦੂਜੇ ਨੂੰ ਕਾਫੀ ਚਿਰ ਤੋਂ ਜਾਣਦੇ ਹਾਂ। ਪਰ ਤੁਸੀਂ ਪਹਿਲੀ ਵਾਰ ਤਾਂ ਮੈਨੂੰ ਕੋਈ ਕੰਮ ਕਿਹਾ ਜ਼ਿੰਦਗੀ 'ਚ। ਹੁਣ ਇਹ ਤੁਹਾਡਾ ਕੇਸ ਨਹੀਂ, ਮੇਰਾ ਪਰਸਨਲ ਕੇਸ ਹੈ, ਮੇਰੇ ਘਰ ਦਾ ਕੇਸ ਹੈ। ਤੁਹਾਨੂੰ ਦੱਸਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਹੈ ਤੁਸੀਂ ਸਾਰੀ ਜ਼ਿੰਦਗੀ ਸਾਫ਼ ਸੁਥਰੀ ਰਾਜਨੀਤੀ ਕੀਤੀ। ਇਹ ਕੇਸ ਹੁਣ ਤੁਹਾਡਾ ਨਹੀਂ, ਮੇਰੇ ਬੇਟੇ ਦਾ ਹੈ। ਤੁਸੀਂ ਸਹੀ ਕਹਿ ਰਹੇ ਹੋ ਭਾਟੀਆ ਸਾਹਿਬ। ਇੱਕ ਪਿਓ ਹੋਣ ਦੇ ਨਾਤੇ ਇੱਕ ਵਾਰੀ ਤਾਂ ਮੈਂ ਵੀ ਡੋਲ ਗਿਆ ਸੀ, ਪਰ ਸਾਡੀ ਵੱਡੀ ਨੂੰ ਰਾਣੀ ਹਜੂਨੀ ਪੁੱਤਰ ਜੀ ਨੇ ਸਾਨੂੰ ਸਾਂਭ ਲਿਆ ਤੇ ਸਹੀ ਰਾਸਤੇ ਤੇ ਪਾਇਆ। ਵਾਹ ਬਾਜਵਾ ਸਾਹਿਬ, ਤੁਸੀਂ ਬੜੇ ਨਸੀਬਾਂ ਵਾਲੇ ਹੋ ਕਿ ਤੁਹਾਨੂੰ ਬਿਲਕੁਲ ਤੁਹਾਡੇ ਵਰਗੀ ਨੂੰ ਮਿਲੀ। ਅਸੀਂ ਅੱਜ ਹੀ ਕੋਰਟ ਦੇ ਵਿੱਚ ਬੇਲ ਦੀ ਐਪਲੀਕੇਸ਼ਨ ਲਗਾਵਾਂਗੇ। ਮੈਨੂੰ ਪੂਰਾ ਯਕੀਨ ਹੈ ਕਿ ਜੋਰਾ ਪੁੱਤਰ ਅੱਜ ਦੀ ਰਾਤ ਦੀ ਰੋਟੀ ਸਾਰਿਆਂ ਨਾਲ ਬੈਠ ਕੇ ਖਾਵੇਗਾ। थैंक यू अंकल जी। प्रोसिक्यूटर लॉयर आलू वालिया कोल जे मैं टाइम ते ना पहुंची तो उन्हें मैनू मिलना ही नहीं है। की करा मैं, निकलना तो पऊगा ही मैनू। पापा जी, भाटिया साहब बिल्कुल सही कह रहे ने। जोरा वीरा घर वापस जरूर आउणगे आज। पापा जी, इसे वास्ते मैं गुरुद्वारे जाके अरदास करनी। मैं जावा फिर? ठीक है पुत्र, तुसी जाओ। सत श्री अकाल भाटिया साहब। सत श्री अकाल पुत्र। भाटिया साहब, कुछ पता चलिया कि प्रोसिक्यूटर लॉयर कौन है? बिट्टू लाल दे केस की बेल एप्लीकेशन लगाओ। मैनू रिजल्ट जल्दी चाहिए है। ठीक। बोलो मिसिस बाजवा, तुहाडे कोल 10 मिनट ने, 5 मिनट तुसी ऑलरेडी लेट। मेरे दियोर जोरावर सिंह बाजवा उन्हां ते मर्डर का चार्ज है ते अज केस की पहली सुनवाई है। केस बहुत वीक है। मिस्टर भाटिया आए हैं चंडीगढ़ तो, उन्होंने बहुत आसानी नाल मिस्टर सिंह नूं बाहर कढ लेना। ते ए होण तो जे कोई रोक सकता है ता ओ तुसी हो। ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇਹ ਪੈਸੇ ਮੇਰੇ ਸਾਹਮਣੇ ਰੱਖ ਕੇ ਮੈਨੂੰ ਖਰੀਦ ਸਕਦੇ ਹੋ? क्यों मैडम जी, तुसी विकाऊ नहीं हो? ਵਿਕਾਊ ਕੌਣ ਨਹੀਂ ਅੱਜ ਦੀ ਦੁਨੀਆ 'ਚ। ਬਸ ਖਰੀਦਦਾਰ ਤੁਹਾਡੇ ਵਰਗਾ ਚਾਹੀਦਾ। ਦੱਸੋ ਕੀ ਚਾਹੀਦਾ ਤੁਹਾਨੂੰ? वैसे कहन सुनन नूं इस केस च कुछ खास है नहीं है मेरे हिसाब नाल। फिर तां तुहानूं कहन सुनन नूं कुछ ना कुछ लभना ही पएगा मैडम जी, क्योंकि जिन्ना लंबा तुसी इस केस नूं खिच्चोगे उन्ना ज़्यादा तुहाडा मुल वधूगा। जोरावर सिंह बाजवा उदों तक जेल तो बाहर नहीं निकलना चाहिए जदों तक मेरा दिल नहीं करता। बहुत आराम नाल हो जाएगा।
ਮੈਂ ਇਸ ਕੇਸ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਹੈ। ਅਜੂਨੀ ਤੋਂ ਬਿਨਾ 2 ਹੋਰ ਗਵਾਹ ਹੈ ਤੇ ਉਹਨਾਂ ਵਿੱਚੋਂ ਅਹਿਮ ਗਵਾਹ ਹੈ ਤੁਹਾਡੇ ਹਸਬੈਂਡ ਜਸ਼ਨ ਸਿੰਘ ਬਾਜਵਾ। ਤੇ ਅੱਜ ਦੇ ਕੇਸ ਦੀ ਸੁਣਵਾਈ 'ਚ ਤੁਹਾਡੇ ਹਸਬੈਂਡ ਦੀ ਗਵਾਹੀ ਬਹੁਤ ਅਹਿਮ ਰੋਲ ਨਿਭਾਏਗੀ। ਜ਼ੋਰਾਵਰ ਸਿੰਘ ਬਾਜਵਾ ਕੇਸ ਨੰਬਰ 262 ਦੀ ਸੁਣਵਾਈ ਸ਼ੁਰੂ ਕੀਤੀ ਜਾਵੇ। ਜੱਜ ਸਾਹਿਬ, ਵੈਸੇ ਤਾਂ ਇਸ ਕੇਸ ਦੇ ਵਿੱਚ ਕਹਿਣ ਸੁਣਨ ਲਈ ਬਹੁਤ ਕੁਝ ਹੈ ਨਹੀਂ ਹੈ। ਵਾਕਿਆ ਇਹ 24 ਸਤੰਬਰ ਦਾ ਹੈ, ਜਦੋਂ ਲੇਟ ਯਸ਼ਪਾਲ ਨੇ ਜ਼ੋਰਾਵਰ ਸਿੰਘ ਬਾਜਵਾ ਦੀ ਵਾਈਫ ਅਜੂਨੀ ਬਾਜਵਾ ਨੂੰ ਅਗਵਾ ਕੀਤਾ। ਜ਼ੋਰਾਵਰ ਸਿੰਘ ਬਾਜਵਾ ਆਪਣੀ ਵਾਈਫ ਨੂੰ ਬਚਾਉਣ ਦੇ ਲਈ ਗਏ ਤਾਂ ਉਹਨਾਂ ਨੇ ਯਸ਼ਪਾਲ ਨੂੰ ਤਸੱਲੀ ਨਾਲ ਕੁੱਟਿਆ। ਦੋਨਾਂ ਦੇ ਵਿੱਚ ਇੱਕ ਚੰਗੀ ਝੜਪ ਹੋਈ। ਪੋਸਟਮਾਰਟਮ ਦੀ ਰਿਪੋਰਟ ਇਹ ਸਾਫ਼ ਦੱਸਦੀ ਹੈ ਕਿ ਮਰਨ ਵਾਲੇ ਦੇ ਸਰੀਰ ਤੇ ਕੁੱਟਮਾਰ ਦੇ ਨਿਸ਼ਾਨ ਪਾਏ ਗਏ। ਇਹ ਹੈ ਸਰ ਪੋਸਟਮਾਰਟਮ ਦੀ ਰਿਪੋਰਟ। ਫਿਰ ਜ਼ੋਰਾਵਰ ਨੇ ਗੁੱਸੇ ਦੇ ਵਿੱਚ ਆਪਣਾ ਹੋਸ਼ ਗਵਾ ਦਿੱਤਾ ਤੇ ਉੱਥੇ ਪਈ ਇੱਕ ਰੋਡ ਚੁੱਕ ਕੇ ਯਸ਼ਪਾਲ ਦੀ ਛਾਤੀ ਦੇ ਆਰ-ਪਾਰ ਕਰ ਦਿੱਤੀ। ਯਸ਼ਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਿਨਾਂ ਇਸ ਕੇਸ ਦੇ ਵਿੱਚ ਵੈਸੇ ਕਹਿਣ ਲਈ ਬਹੁਤ ਕੁਝ ਹੈ ਨਹੀਂ ਹੈ ਜੱਜ ਸਾਹਿਬ। ਉਹ ਰੋਡ ਇੱਥੇ ਹੀ ਮੌਜੂਦ ਹੈ ਜੱਜ ਸਾਹਿਬ, ਮੈਂ ਇੱਥੇ ਪੇਸ਼ ਕਰਨਾ ਚਾਹਾਂਗੀ, ਜਿਹਦੇ ਨਾਲ ਯਸ਼ਪਾਲ ਦਾ ਕਤਲ ਹੋਇਆ। ਜੱਜ ਸਾਹਿਬ, ਯਸ਼ਪਾਲ ਨੇ ਇਹਨਾਂ ਦੀ ਵਾਈਫ ਨੂੰ ਅਗਵਾ ਕੀਤਾ ਤੇ ਇਹਨਾਂ ਨੇ ਜਨੂਨ ਦੇ ਵਿੱਚ ਉਹਦਾ ਕਤਲ ਕਰ ਦਿੱਤਾ। ਕੋਈ ਵੀ ਹਸਬੈਂਡ ਸ਼ਾਇਦ ਇਹੀ ਕਰੇਗਾ, ਪਰ ਸਾਡੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇਹ ਗੁਨਾਹ ਹੈ ਤੇ ਇਸ ਗੁਨਾਹ ਦੀ ਸਜ਼ਾ ਜ਼ੋਰਾਵਰ ਸਿੰਘ ਬਾਜਵਾ ਨੂੰ ਮਿਲਣੀ ਹੀ ਚਾਹੀਦੀ ਹੈ। ਬਾਕੀ ਇਸ ਕੇਸ ਦੇ ਵਿੱਚ ਬਹੁਤਾ ਕਹਿਣ ਸੁਣਨ ਨੂੰ ਕੁਝ ਹੈ ਨਹੀਂ ਜੱਜ ਸਾਹਿਬ। ऑब्जेक्शन जज साहब। ਆਬਜੈਕਸ਼ਨ ਸਸਟੇਨਡ। थैंक यू जज साहब। जज साहब, मैडम आलूवालिया ने बिल्कुल सही कहा कि इस केस ਦੇ ਵਿੱਚ ਕਹਿਣ ਸੁਣਨ ਵਾਸਤੇ ਕੁਝ ਵੀ ਨਹੀਂ ਹੈ, ਕਿਉਂਕਿ ਉਹਨਾਂ ਨੇ ਸਿਰਫ ਇੱਕ ਪਹਿਲੂ ਤੇ ਗੌਰ ਕੀਤਾ, ਜਦਕਿ ਇਸ ਕੇਸ ਦਾ ਇੱਕ ਪਹਿਲੂ ਹੋਰ ਵੀ ਹੈ। ਸਰ, ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਮੌਕੇ ਵਾਰਦਾਤ ਤੇ 3 ਲੋਕ ਮੌਜੂਦ ਸਨ। ਮ੍ਰਿਤਕ ਯਸ਼ਪਾਲ, ਜ਼ੋਰਾਵਰ ਤੇ ਇਹਨਾਂ ਦੀ ਵਾਈਫ ਅਜੂਨੀ ਬਾਜਵਾ। अजूनी बाजवा ने साफ साफ कहा जज साहब कि जिस वेले मृतक यशपाल जोरावर ते रॉड नाल हमला करन लग्या, उसका पैर फिसलिया ते रॉड उसकी छाती तो आर पार हो गई। जज साहब, इस गल ते गौर किया जाए कि मृतक यशपाल नूं जोरावर ने नहीं मारिया, बल्कि वो अपनी मौत आप मरिया। सब ये स्टेटमेंट की कॉपी है जी अजूनी बाजवा ने पुलिस को दी है।
ਪ੍ਰੋਸੀਕਿਊਸ਼ਨ ਨੂੰ ਇਸ ਸਟੇਟਮੈਂਟ ਬਾਰੇ ਕੀ ਕਹਿਣਾ? ਸਾਨੂੰ ਸਭ ਨੂੰ ਹੀ ਪਤਾ ਹੈ ਕਿ ਅਜੂਨੀ ਜ਼ੋਰਾਵਰ ਸਿੰਘ ਦੀ ਵਾਈਫ ਹੈ ਤੇ ਵਾਈਫ ਆਪਣੇ ਹਸਬੰਡ ਨੂੰ ਬਚਾਉਣ ਲਈ ਝੂਠ ਬੋਲ ਰਹੀ ਹੈ। ऑब्जेक्शन जज साहब, मैडम आलूवालिया बिना किसी सबूत ते अजूनी बाजवा ਦੇ ਉੱਤੇ ਇਲਜ਼ਾਮ ਲਗਾ ਰਹੇ ਨੇ। ਜੱਜ ਸਾਹਿਬ, ਮੈਂ ਆਪਣੀ ਗੱਲ ਨੂੰ ਪ੍ਰੂਵ ਕਰਨ ਲਈ ਇੱਕ ਠੋਸ ਸਬੂਤ ਪੇਸ਼ ਕਰ ਸਕਦੀ ਹਾਂ। ਮੈਂ ਇਹ ਪ੍ਰੂਵ ਕਰ ਸਕਦੀ ਹਾਂ ਕਿ ਅਜੂਨੀ ਨੇ ਪੁਲਿਸ ਨੂੰ ਗਲਤ ਬਿਆਨ ਦਿੱਤਾ ਹੈ। ਆਰਡਰ ਆਰਡਰ, ਆਬਜੈਕਸ਼ਨ ਓਵਰਰੂਲਡ। ਥੈਂਕ ਯੂ ਜੱਜ ਸਾਹਿਬ। ਮੈਂ ਆਪਣੀ ਗੱਲ ਨੂੰ ਸਾਬਿਤ ਕਰਨ ਲਈ ਕਿਸੇ ਹੋਰ ਨੂੰ ਨਹੀਂ ਬਲਕਿ ਜ਼ੋਰਾਵਰ ਸਿੰਘ ਬਾਜਵਾ ਦੇ ਛੋਟੇ ਭਰਾ ਜਸ਼ਨ ਸਿੰਘ ਬਾਜਵਾ ਨੂੰ ਵਿਟਨੈਸ ਬਾਕਸ ਦੇ ਵਿੱਚ ਬੁਲਾਉਣ ਦੀ ਇਜਾਜ਼ਤ ਚਾਹੂੰਗੀ। इजाजत है। ਜਸ਼ਨ ਜੀ, ਵੈਸੇ ਤਾਂ ਇਸ ਕੇਸ ਦੇ ਵਿੱਚ ਬਹੁਤਾ ਕਹਿਣ ਸੁਣਨ ਨੂੰ ਕੁਝ ਹੈ ਨਹੀਂ, ਪਰ ਤੁਹਾਨੂੰ ਅਦਾਲਤ ਨੂੰ ਇਹ ਦੱਸਣਾ ਪਏਗਾ ਕਿ ਜਦੋਂ ਤੁਸੀਂ ਪੁਲਿਸ ਲੈ ਕੇ ਯਸ਼ਪਾਲ ਦੇ ਘਰ ਪਹੁੰਚੇ ਤਾਂ ਤੁਸੀਂ ਉੱਥੇ ਕੀ ਦੇਖਿਆ? ਉੱਥੇ ਯਸ਼ਪਾਲ ਮਰਿਆ ਪਿਆ ਸੀ। ਬਸ ਯਸ਼ਪਾਲ ਮਰਿਆ ਪਿਆ ਸੀ? ਭਾਜੀ, ਜ਼ੋਰਾ ਭਾਜੀ ਤੇ ਜੁਨ ਭਾਬੀ ਉੱਥੇ ਹੀ ਸੀਗੇ ਜੀ। ਜ਼ੋਰਾਵਰ ਯਸ਼ਪਾਲ ਦੀ ਲਾਸ਼ ਤੋਂ ਕਿੰਨੀ ਦੂਰ ਸੀ? ਜ਼ੋਰਾ ਭਾਜੀ ਉੱਥੇ ਹੀ ਯਸ਼ਪਾਲ ਦੀ ਲਾਸ਼ ਦੇ ਨਾਲ ਹੀ ਬੈਠੇ ਸੀ। ਹੋਰ ਤੁਸੀਂ ਉੱਥੇ ਕੀ ਦੇਖਿਆ? ਹੋਰ ਨਹੀਂ, ਹੋਰ ਤਾਂ ਕੁਝ ਨਹੀਂ ਦੇਖਿਆ ਜੀ। ਜਸ਼ਨ ਜੀ, ਮੈਂ ਤੁਹਾਨੂੰ ਯਾਦ ਕਰਾ ਦਾਂ ਕਿ ਤੁਸੀਂ ਭੁੱਲ ਰਹੇ ਹੋ ਕਿ ਜ਼ੋਰਾਵਰ ਜੀ ਯਸ਼ਪਾਲ ਦੀ ਲਾਸ਼ ਦੇ ਬਿਲਕੁਲ ਕੋਲ ਖੜੇ ਸੀ ਤੇ ਉਹਨਾਂ ਦੇ ਹੱਥ ਦੇ ਵਿੱਚ ਉਹੀ ਰੋਡ ਸੀ ਜਿਹੜੀ ਰੋਡ ਨਾਲ ਉਹਨਾਂ ਨੂੰ ਮਾਰਿਆ ਗਿਆ। ਦੱਸੋ, ਉਹ ਰੋਡ ਉਹਨਾਂ ਦੇ ਹੱਥ ਵਿੱਚ ਸੀ ਜਾਂ ਨਹੀਂ? ਹਾਂਜੀ, ਰੋਡ ਜ਼ੋਰਾ ਭਾਜੀ ਦੇ ਹੱਥ 'ਚ ਸੀ। ਰੋਡ ਉਹਨਾਂ ਦੇ ਹੱਥ ਵਿੱਚ ਸੀ ਤੇ ਉਸੇ ਰੋਡ ਨਾਲ ਯਸ਼ਪਾਲ ਦਾ ਕਤਲ ਹੋਇਆ ਸੀ। ਇਹੀ ਦੇਖਿਆ ਸੀ ਨਾ ਤੁਸੀਂ? ਯਸ਼ਪਾਲ ਮਰਿਆ ਪਿਆ ਸੀ, ਪਰ ਉਸੇ ਰੋਡ ਨਾਲ ਕਤਲ। ਤੁਸੀਂ ਆਪ ਹੀ ਤਾਂ ਕਿਹਾ ਸੀ ਨਾ ਜਸ਼ਨ ਜੀ ਕਿ ਰੋਡ ਜ਼ੋਰਾ ਜੀ ਦੇ ਹੱਥ ਵਿੱਚ ਸੀ ਤੇ ਜਦੋਂ ਤੁਸੀਂ ਉੱਥੇ ਪਹੁੰਚੇ ਆ ਤਾਂ ਉਸੇ ਰੋਡ ਨਾਲ ਯਸ਼ਪਾਲ ਜੀ ਦਾ ਕਤਲ ਹੋ ਚੁੱਕਿਆ ਸੀ। ਇਹੀ ਕਿਹਾ ਸੀ ਨਾ ਤੁਸੀਂ ਜਸ਼ਨ ਜੀ? ਹਾਂਜੀ, ਰੋਡ ਜ਼ੋਰਾ ਭਾਜੀ ਦੇ ਹੱਥ 'ਚ ਸੀ। ਹਾਂ, ਤੇ ਉਸੇ ਰੋਡ ਨਾਲ ਉਹ ਯਸ਼ਪਾਲ ਦਾ ਕਤਲ ਕਰ ਚੁੱਕੇ ਸੀ। ਇਹੀ ਕਹਿਣਾ ਚਾਹ ਰਹੇ ਹੋ ਨਾ ਤੁਸੀਂ? ਹਾਂਜੀ, ਹੋਇਆ ਤਾਂ ਏਦਾਂ ਹੀ ਸੀ, ਪਰ ਜ਼ੋਰਾ ਭਾਜੀ ਯਸ਼ਪਾਲ ਦਾ ਕਤਲ ਕੀਤਾ। ਜੱਜ ਸਾਹਿਬ, ਨੋਟ ਕੀਤਾ ਜਾਵੇ, ਜਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਯਸ਼ਪਾਲ ਦਾ ਕਤਲ ਜ਼ੋਰਾਵਰ ਨੇ ਕੀਤਾ। ਬਹੁਤ ਬਹੁਤ ਧੰਨਵਾਦ ਜਸ਼ਨ ਜੀ, ਹੁਣ ਤੁਸੀਂ ਜਾ ਸਕਦੇ ਹੋ। ਜੱਜ ਸਾਹਿਬ, ਜਿਵੇਂ ਕਿ ਤੁਸੀਂ ਸੁਣਿਆ, ਇਸ ਕੇਸ ਦੇ ਵਿੱਚ ਬਹੁਤਾ ਕੁਝ ਕਹਿਣ ਸੁਣਨ ਨੂੰ ਹੈ ਨਹੀਂ ਹੈ, ਪਰ ਜਿਵੇਂ ਕਿ ਅਸੀਂ ਸੁਣਿਆ, ਜਸ਼ਨ ਨੇ ਇਹੀ ਬਿਆਨ ਪੁਲਿਸ ਨੂੰ ਦਿੱਤਾ ਹੈ ਤੇ ਜ਼ੋਰਾਵਰ ਦੇ ਦੋਸਤ ਜੁਗਨੂ ਨੇ ਵੀ ਸੇਮ ਬਿਆਨ ਪੁਲਿਸ ਨੂੰ ਦਿੱਤਾ ਹੈ। ਪੁਲਿਸ ਦੀ FIR ਦੇ ਵਿੱਚ ਵੀ ਇਹੀ ਬਿਆਨ ਦਰਜ ਹੈ। ਇਸ ਲਈ ਮੇਰੀ ਅਦਾਲਤ ਨੂੰ ਗੁਜ਼ਾਰਿਸ਼ ਹੈ ਕਿ ਜਦੋਂ ਤੱਕ ਪੁਲਿਸ ਕਿਸੇ ਠੋਸ ਨਤੀਜੇ ਤੇ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਜ਼ੋਰਾਵਰ ਸਿੰਘ ਬਾਜਵਾ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਸੱਚ ਸਭ ਦੇ ਸਾਹਮਣੇ ਆ ਸਕੇ।
ਦੋਵੇਂ ਵਕੀਲਾਂ ਦੀਆਂ ਦਲੀਲਾਂ ਤੇ ਜਸ਼ਨ ਜੀ ਦੇ ਬਿਆਨ ਦੇ ਮੱਦੇਨਜ਼ਰ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਕਿ ਜ਼ੋਰਾਵਰ ਸਿੰਘ ਬਾਜਵਾ ਨੂੰ ਅੱਜ ਬੇਲ ਨਹੀਂ ਮਿਲ ਸਕਦੀ। ਤੇ ਅਦਾਲਤ ਦਾ ਫੈਸਲਾ ਹੈ ਕਿ 8 ਦਿਨ ਤੱਕ ਜ਼ੋਰਾਵਰ ਸਿੰਘ ਬਾਜਵਾ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਜਾਵੇ ਤੇ 8 ਦਿਨਾਂ ਬਾਅਦ ਫਿਰ ਸੇ ਪੇਸ਼ ਕੀਤਾ ਜਾਵੇ। That's all. Court is adjourned for the day. ਬੇਸ਼ੱਕ ਕੋਰਟ ਨੇ ਅੱਜ ਜ਼ੋਰਾ ਨੂੰ ਬੇਲ ਨਹੀਂ ਦਿੱਤੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਕਲਪਿਟ ਸਾਬਿਤ ਹੋਇਆ। ਵਿਲ ਫਾਈਟ ਫॉर ਦਿਸ। ਜ਼ੋਰਾਵਰ ਜੀ, ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ। ਮੈਂ ਤੁਹਾਡੇ ਨਾਲ ਆ। ਮੈਂ ਤੁਹਾਨੂੰ ਜਲਦੀ ਤੋਂ ਜਲਦੀ ਬਾਹਰ ਲੈ ਕੇ ਆਉਂਗੀ। ਫਿਕਰ ਨਾ ਕਰਿਓ। नवदीप सिंह बाजवा मुर्दाबाद। शिक्षा मंत्री मुर्दाबाद। 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 नवदीप सिंह बाजवा मुर्दाबाद। शिक्षा मंत्री। ਤੁਸੀਂ ਪੰਜਾਬ ਦੇ ਸਿੱਖਿਆ ਮੰਤਰੀ ਬਾਜਵਾ ਸਾਹਿਬ, ਤੁਹਾਡਾ ਆਪਣਾ ਪੁੱਤਰ ਕਤਲ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਹੈ, ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਬਾਰੇ? ਬਾਜਵਾ ਸਾਹਿਬ, ਕੀ ਕਾਰਨ ਹੈ ਕਤਲ ਪਿੱਛੇ? ਕੀ ਲੱਗਦਾ ਹੈ ਤੁਹਾਡੇ ਬੇਟਾ ਨੇ ਸੱਚੀ ਕਤਲ ਕੀਤਾ? नवदीप सिंह बाजवा शिक्षा मंत्री। ਕੀ ਤੁਸੀਂ ਕਾਨੂੰਨ ਉੱਤੇ ਭਰੋਸਾ ਰੱਖੋਗੇ ਜਾਂ ਫਿਰ ਆਪਣੇ ਅਹੁਦੇ ਦਾ ਗਲਤ ਫਾਇਦਾ ਕਰਦੇ ਹੋਏ ਆਪਣੇ ਪੁੱਤਰ ਨੂੰ ਬਾਇਜ਼ਤ ਬਰੀ ਕਰਵਾ ਲੋਗੇ? ਸਿੱਖਿਆ ਮੰਤਰੀ ਸਰਦਾਰ ਨਵਜੀਤ ਸਿੰਘ ਬਾਜਵਾ ਦੇ ਵੱਡੇ ਪੁੱਤਰ ਜ਼ੋਰਾਵਰ ਸਿੰਘ ਅਜੇ ਤੱਕ ਜੇਲ੍ਹ ਵਿੱਚ ਹੀ ਨੇ, ਉਹ ਵੀ ਕਤਲ ਵਰਗੇ ਗੰਭੀਰ ਅਪਰਾਧ ਵਿੱਚ। ਹੁਣ ਦੇਖਣਾ ਇਹ ਹੈ ਕਿ ਬਾਜਵਾ ਸਾਹਿਬ ਆਪਣੇ ਪੁੱਤਰ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਵਿੱਚ ਸਫਲ ਹੁੰਦੇ ਆ ਜਾਂ ਨਹੀਂ, ਕਿਉਂਕਿ ਅੱਜ ਕੋਰਟ ਦੀ ਸੁਣਵਾਈ ਵਿੱਚ ਉਹਨਾਂ ਦੇ ਛੋਟੇ ਪੁੱਤਰ ਜਸ਼ਨ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਕੇਸ ਹੋਰ ਵੀ ਕਮਜ਼ੋਰ ਹੁੰਦਾ ਜਾ ਰਿਹਾ। ਹੁਣ ਜ਼ੋਰਾਵਰ ਸਿੰਘ ਬਾਜਵਾ ਨੂੰ ਆਪਣੀ ਰਿਹਾਈ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਸਰਦਾਰ ਜਸ਼ਨ ਸਿੰਘ ਬਾਜਵਾ ਜੀ, ਤੁਹਾਡੇ ਕੋਲੋਂ ਦਾਰੂ ਦਾ ਇੱਕ ਦਿਨ ਦਾ ਵੀ ਨਾਗਾ ਨਹੀਂ ਹੋ ਸਕਿਆ। ਤੁਹਾਨੂੰ ਪਤਾ ਸੀ ਨਾ ਅੱਜ ਕੋਰਟ ਦੀ ਤਰੀਕ ਹੈ। ਉਹ ਘੱਟੋ ਘੱਟ ਆਪਣੇ ਬਾਰੇ ਨਹੀਂ ਤਾਂ ਆਪਣੇ ਭਰਾ ਦੇ ਬਾਰੇ ਤਾਂ ਸੋਚ ਲੈਣਾ ਸੀ, ਜਿਹੜਾ ਤੁਹਾਡੇ ਉੱਤੇ ਜਾਨ ਛਿੜਕਦਾ। ਤੁਸੀਂ ਉੱਥੇ ਵੀ ਦਾਰੂ ਨਾਲ ਟੱਕ ਕੇ ਆਏ ਸੀ। नहीं नहीं पापा जी, आज तक पीती नहीं थी। अगे थोड़ी बहुत पीना, पर सो लग गई। आज तक मैं दारू नूं हाथ भी नहीं लाया।